ਕਿਹਾ ਜਾ ਰਿਹਾ ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ ਨਿਰਦੇਸ਼ ਜਾਰੀ ਕਰ ਦਿੱਤੇ ਗਏ ਕਿ 16 ਜੂਨ ਤੋਂ ਜਿਹੜੀ ਵੀ ਜੁਐਲਰੀ ਵਿਕੇਗੀ ਆਲ ਓਵਰ ਇੰਡੀਆ ਦੇ ਵਿੱਚ ਉਹ ਹਾਲਮਾਰਕ ਸਟੈਂਡਰਡ ਦੀ ਹੀ ਜੁਐਲਰੀ ਵਿਕ ਸਕਦੀ ਹੈ। ਅਸੀਂ ਗਵਰਨਮੈਂਟ ਨੂੰ ਆਪ ਹੀ ਰਿਕੁਐਸਟ ਕਰ ਰਹੇ ਸੀ ਕਿ ਇਹ ਮੈਂਡੇਟਰੀ ਕੀਤਾ ਜਾਵੇ। ਅਸੀਂ ਸਵਾਗਤ ਕਰਦੇ ਹਾਂ ਜਿਹੜਾ ਗਵਰਨਮੈਂਟ ਨੇ ਕਾਨੂੰਨ ਜਿਹੜਾ ਕੰਪਲਸ਼ਨ ਕੀਤਾ ਹੈ, ਪਰ ਕਮੀਆਂ ਇਹਦੇ ਵਿੱਚ ਬਹੁਤ ਹੈ। ਅਕਾਊਂਟਸ ਮੇਨਟੇਨ, ਇੰਸਪੈਕਟਰੀ ਰਾਜ ਕਿ ਆਹ ਚੀਜ਼ ਕਿੱਥੋਂ ਆਈ, ਉਹਦਾ UID ਨੰਬਰ, ਉਹ ਸਭ ਚੀਜ਼ਾਂ ਇੰਪੋਸੀਬਲ ਹੈ ਕਿਉਂਕਿ ਸਾਡੇ ਕੋਲ 90% ਲੋਕ ਉਹ ਹੈਗੇ ਹੈ ਜਿਨ੍ਹਾਂ ਦੀ ਸਾਲ ਦੀ ਸੇਲ 10 ਕਰੋੜ ਤੋਂ ਵੀ ਘੱਟ ਹੈ। ਜਿਹੜਾ ਹੋਲਸੇਲਰ ਮਾਲ ਵੇਚਦਾ ਹੈ ਉੱਥੋਂ ਹੀ ਇਹ ਮਤਲਬ ਕਿ ਹਾਲਮਾਰਕ ਹੋ ਕੇ ਆਉਣਾ ਚਾਹੀਦਾ ਹੈ ਔਰ ਉਸੇ ਹਾਲਮਾਰਕ ਸੈਂਟਰ ਦੀ ਗਾਰੰਟੀ ਹੋਣੀ ਚਾਹੀਦੀ ਹੈ, ਨਾ ਕਿ ਵੇਚਣ ਵਾਲੇ ਦੀ ਗਾਰੰਟੀ ਨਾਲੋਂ ਜ਼ਿਆਦਾ ਗਾਰੰਟੀ ਗਵਰਨਮੈਂਟ ਦੀ ਹੋਣੀ ਚਾਹੀਦੀ ਹੈ। मेरा ख्याल है कम से कम 200-300 बंदे को लाइसेंस होना है, हाले नवे लाइसेंस लेने हैं। कई बंदे की पोजीशन ही है नहीं कि और लाइसेंस फीस भी इन्नी खर्च कर सकन। 15,000 तो लैके 80,000 रुपये लाइसेंस फीस है। किसी ने इस गल चो की कमा लेना है। किसी स्टॉक के अंदर आंदा है तो उस इंस्पैक्टरी राज लागू होगा और नुकसान बहुत वड्डा होगा, जिहड़ा कि सरकार नूं ये सोचते हुए ये कदम नूं सिंपलीफाई कर देना चाहिए। ਇਸ ਸਾਡੇ ਟ੍ਰੇਡ ਦੇ ਉੱਪਰ ਕਿਸੇ ਟਾਈਮ ਗੋਲਡ ਕੰਟਰੋਲ ਐਕਟ ਸੀਗਾ ਜਿਹੜਾ 92 ਦੇ ਵਿੱਚ ਮਧੂ ਦੰਡਵਤੀ ਜੀ ਨੇ ਖਤਮ ਕੀਤਾ ਸੀਗਾ। ਉਸ ਤੋਂ ਬਾਅਦ ਟ੍ਰੇਡ ਬੜਾ ਐਕਸਪੈਂਡ ਹੋਇਆ, ਗਵਰਨਮੈਂਟ ਨੂੰ ਬਹੁਤ ਰੈਵਨਿਊ ਆਇਆ, ਮੈਕਸਿਮਮ ਇੰਪੋਰਟ ਸ਼ੁਰੂ ਹੋਏ, ਐਕਸਪੋਰਟ ਸ਼ੁਰੂ ਹੋਏ। ਸੈਂਟਰ ਤੋਂ ਇਹਦੇ ਤੇ ਇੰਪਲੀਮੈਂਟੇਸ਼ਨ ਕੁਝ ਇੱਦਾਂ ਦੀ ਪਾਲਿਸੀਜ਼ ਹੋਣੀ ਚਾਹੀਦੀਆਂ ਕਿ ਸੈਂਟਰ ਤੋਂ ਹੀ ਇਹਦੇ ਤੇ ਕੰਟਰੋਲ ਕੀਤਾ ਜਾਏ। ਪਹਿਲੀ ਗੱਲ ਇਹ ਫਿਜ਼ੀਬਲ ਹੈਗਾ, ਉਹ ਸਰਕਾਰ ਦੇ ਦਾਇਰੇ ਦੇ ਵਿੱਚ ਜਿਹੜੇ ਕਾਨੂੰਨ ਹੈ ਸਖਤ ਉਹ ਦਾਇਰੇ ਦੇ ਉੱਪਰ ਹੋਣੇ ਚਾਹੀਦੇ, ਨਾ ਕਿ ਰਿਟੇਲਰ ਦੇ ਉੱਪਰ ਹੋਣ। ਇੱਥੇ ਮੋਹਰਾਂ ਲੱਗ ਜਾਣ ਤੇ ਤੁਹਾਡੇ ਕੋਲ ਤਾਂ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਤਾਂ ਮੈਕਸਿਮਮ ਟ੍ਰੇਡਿੰਗ ਕਰ ਰਹੇ ਹੋ, ਸੋ ਬਹੁਤ ਸਾਰੇ ਦੁਕਾਨਦਾਰ ਇਸ ਚੀਜ਼ ਤੋਂ ਵੈਸੇ ਹੀ ਬਾਹਰ ਆ ਜਾਣਗੇ। ज्वेलरी ਜਿਹੜਾ मैन्युफैक्चरिंग है मोस्टली गुजरात 'ਚ है, बॉम्बे है, कैलकटा है, मद्रास है, क्योंकि ਅੱਜ ਦੇ ਟਾਈਮ ਦੇ ਵਿੱਚ ਸਾਰੀ ਜਿਹੜੀ ज्वेलरी 90% ਬਣ ਰਹੀ ਹੈ ਉਹ ਸਟਾਈਲ 'ਚ ਬਣ ਰਹੀ ਹੈ ਸਾਰੀ। ਉੱਥੋਂ हॉलमार्क सेंटर वाले ने स्टैंप लगाती, वो एग्जम्प्ट हो जाए, बेचने वाला फसे, ये कितों का दसो न्याय है। ਸਰਕਾਰ ਨੂੰ ਮੈਮੋਰੰਡਮ ਭੇਜਿਆ ਕੋਈ ਕਿਸੇ ਤਰੀਕੇ ਆਪਣੀ ਐਸੋਸੀਏਸ਼ਨ ਵੱਲੋਂ ਜਾਂ ਕੋਈ ਗੱਲਬਾਤ ਕੀਤੀ? पीयूष गोयल जी खुद बैठे जूम मीटिंग ਦੇ ਵਿੱਚ ਸਭ ਕੁਝ ਹੋਇਆ ਹੈ, ਪਰ ਸਰਕਾਰ ਨੂੰ ਖੁਦ ਹੀ ਮੈਂ ਤਾਂ ਸਮਝ ਨਹੀਂ ਆਉਂਦੀ ਕਾਨੂੰਨ ਇੰਪਲੀਮੈਂਟ ਕਰਨ ਤੋਂ ਪਹਿਲਾਂ ਉਹਨਾਂ ਨੂੰ ਆਪ ਹੀ ਨਹੀਂ ਸਮਝ ਆ ਰਹੀ ਕਿ ਕਿਸ ਪਾਸੇ ਚੱਲਣਾ ਹੈ। 3 ਤਰ੍ਹਾਂ ਦਾ ਹਾਲਮਾਰਕ ਹੈ, 22 कैरेट, 18 कैरेट, 14 कैरेट। ਅਸੀਂ ਉਹਨਾਂ ਨੂੰ ਕਹੇ 24 कैरेट भी कर ਦਿਓ। ਕਈ ਲੋਕ ਕੋਇਨਸ ਲੈਂਦੇ ਕੁਝ ਕਰਦੇ ਹੋ ਕਿ ਨਹੀਂ ਜੀ 24 कैरेट नहीं करना। ਉਹ ਕਿਉਂ ਨਹੀਂ ਕਰਦੇ ਤੁਸੀਂ 24 कैरेट? ਨਿਕਲਣਾ ਕੁਝ ਨਹੀਂ, ਜਿਹੜਾ ਇੰਸਪੈਕਟਰ ਰਾਜ ਬਾਹਰ ਆ ਜਾਏਗਾ ਜਿਹਨੂੰ ਮੋਦੀ ਸਰਕਾਰ ਕੱਢਣਾ ਚਾਹੁੰਦੀ ਸੀ ਉਹ ਅਡਾਪਟ ਕਰ ਰਹੇ ਹੈ। ਪੰਜਾਬ ਦੇ ਵਿੱਚ 35,000 ਦੁਕਾਨਦਾਰ ਹੈ, ਜੇ 10 ਕਰੋੜ ਵਾਲੇ ਤੁਸੀਂ ਕਹਿ ਰਹੇ ਹੋ ਐਗਜ਼ੈਂਪਟ ਕਰ ਦਿੱਤੇ ਜਾਣੇ ਚਾਹੀਦੇ ਤੇ ਕਿੰਨੇ ਕੁ ਦੁਕਾਨਦਾਰ ਇਹਦੇ ਵਿੱਚੋਂ ਬਾਹਰ ਆ ਜਾਣਗੇ? UID ਨੰਬਰ ਲਾਓ ਜੀ, ਰਜਿਸਟਰਡ ਮੇਨਟੇਨ ਕਰੋ ਜੀ। क्या सारा दिन ਅਸੀਂ ਆਪਣਾ ਕੰਮ ਛੱਡ ਕੇ ਇਸੇ ਕੰਮ ਦੇ ਮਗਰ ਲੱਗੇ ਰਹੀਏ? ਕਿਹੜੀ ਟ੍ਰੇਡ ਦੇ ਉੱਤੇ UID ਨੰਬਰ ਲਾਇਆ ਦਾ? ਦਵਾਈਆਂ ਦੇ ਪੱਤੇ ਦੇ ਉੱਤੇ 20 ਰੁਪਏ ਦੀ ਗੋਲੀ ਤੇ 200 ਰੁਪਈਆ ਪ੍ਰਿੰਟ ਕਰਕੇ ਵੇਚਿਆ ਜਾ ਰਿਹਾ ਵਾ। ਉਧਰ ਗਵਰਨਮੈਂਟ ਦਾ ਕੋਈ ਧਿਆਨ ਨਹੀਂ, ਉੱਥੇ ਕੋਈ UID ਨੰਬਰ ਨਹੀਂ ਹੈਗਾ। ਕਿਉਂ? ਇਸ ਮੁਸੀਬਤ ਚੋਂ ਕੱਢਣ ਵਾਸਤੇ ਤੁਸੀਂ ਦੇਖੋ ਇਹ ਰਸਤਾ ਕੀ ਹੈਗਾ। ਔਰ ਸਰਕਾਰ ਦੇ ਵਿੱਚ ਮੰਤਰੀ ਜਿਸ ਤਰ੍ਹਾਂ ਦੀ ਗੱਲ ਕਰਦੇ ਹੈ ਉਹ ਸਭ ਹਵਾਈ ਜਹਾਜ਼ ਹੈ। ਥੋੜੇ ਸਟਾਕ ਦੇ ਨਾਲ ਆਪਣੇ ਸਿਸਟਮ ਨੂੰ ਚਲਾ ਰਹੀ ਹੈ ਸਰਕਾਰ। ਜਿੰਨਾ ਉਹਨੂੰ ਪਚੀਂਦਾ ਬਣਾ ਰਹੀ ਹੈ ਉਹਨੇ ਪਚੀਂਦੇ ਦੇ ਨਾਲ ਉਹ ਜਾਂ ਤਾਂ ਇਸ ਕਾਰੋਬਾਰ ਨੂੰ ਬੰਦ ਕਰ ਦੂਗੇ ਤੇ ਜਾਂ ਇਸ ਕਾਰੋਬਾਰ ਦੇ ਸਰਕਾਰ ਦੇ ਅੰਗੇਜ ਜਾਊ। ਤੇ ਜੇ ਫਿਰ ਵੀ ਸਰਕਾਰਾਂ ਨਹੀਂ ਮੰਨਦੀਆਂ, ਨਹੀਂ ਟਾਲਦੀਆਂ, ਫਿਰ ਆਪਣਾ ਅਗਲਾ ਐਕਸ਼ਨ ਕੀ ਹੋਏ? ਕਿਸੇ ਨੇ ਸਰਕਾਰ ਦੇ ਖਿਲਾਫ ਬੋਲਣ ਦੀ ਜ਼ਰੂਰਤ ਹੀ ਹੈ ਨਹੀਂ ਇਸ ਵੇਲੇ ਤਾਂ। ਮੈਂ ਗਲਤ ਨਹੀਂ ਕਰਦਾ ਕਿਉਂਕਿ ਸੁਣਾਈ ਹੈ ਨਹੀਂ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहे हैं। तो अज का टॉपिक है साडा जिहड़ा ज्वेलरी इंडस्ट्री ते लग रहा हॉलमार्क। जी हाँ, कहा जा रहा है गवर्नमेंट ऑफ इंडिया वालों एक निर्देश जारी कर दिते गए कि 16 जून तो ਜਿਹੜੀ ਵੀ ਜੁਐਲਰੀ ਵਿਕੇਗੀ ਆਲ ਓਵਰ ਇੰਡੀਆ ਦੇ ਵਿੱਚ ਉਹ ਹਾਲਮਾਰਕ ਸਟੈਂਡਰਡ ਦੀ ਹੀ ਜੁਐਲਰੀ ਵਿਕ ਸਕਦੀ ਹੈ। ਸੋ ਇਹਦੇ ਲਈ ਹਰ ਰਿਟੇਲ ਦੁਕਾਨਦਾਰ ਜਿੱਥੇ ਕਿ ਉਹਨਾਂ ਨੂੰ ਹਾਲਮਾਰਕ ਜੁਐਲਰੀ ਹੀ ਸਟੈਂਡਰਡਾਈਜ਼ ਜੁਐਲਰੀ ਹੀ ਵੇਚਣੀ ਪਏਗੀ। ਸੋ ਇਹ ਸਾਰੇ ਮਾਮਲੇ 'ਚ ਦੁਕਾਨਦਾਰਾਂ ਦਾ ਕੀ ਕਹਿਣਾ, ਰਿਟੇਲ ਸੈਕਟਰ ਜਿਹੜੇ ਕਿ
ਐਕਚੁਅਲ 'ਚ ਕਸਟਮਰ ਨੂੰ ਅਟੈਂਡ ਕਰਦੇ ਹੋ ਉਹ ਇਹ ਸਾਰੇ ਫੈਸਲੇ ਨੂੰ ਕਿੱਦਾਂ ਲੈਂਦੇ ਆ। ਗੱਲਬਾਤ ਕਰਾਂਗੇ ਪੰਜਾਬ ਜੂਲਰ ਐਸੋਸੀਏਸ਼ਨ ਦੇ ਪ੍ਰਧਾਨ ਆਨੰਦ ਸਿਕਰੀ ਜੀ ਨਾਲ। ਨਮਸਕਾਰ ਸਰ। ਨਮਸਕਾਰ ਜੀ। ਸਰ ਕੀ ਕਹਿਣਾ ਚਾਹੋਗੇ? ਦੇਖੋ, ਜੁਐਲਰੀ ਇੱਕ ਬਹੁਤ ਵੱਡਾ ਸੈਕਸ਼ਨ ਹੈ ਇਸ ਗੱਲ ਦੇ ਵਿੱਚ, ਜਿਹੜਾ ਕਿ ਬਹੁਤ ਜ਼ਰੂਰਤ ਚੀਜ਼ ਹੈਗੀ ਹੈ, ਸ਼ਾਦੀਆਂ 'ਚ ਸਭ ਕੁਝ ਹੈਗਾ ਹੈ। ਜੀ ਅਸੀਂ ਗਵਰਨਮੈਂਟ ਨੂੰ ਆਪ ਹੀ ਰਿਕੁਐਸਟ ਕਰ ਰਹੇ ਸੀ ਕਿ ਇਹ ਮੈਂਡੇਟਰੀ ਕੀਤਾ ਜਾਵੇ। ਜੀ ਅਸੀਂ ਸਵਾਗਤ ਕਰਦੇ ਹਾਂ ਜਿਹੜਾ ਗਵਰਨਮੈਂਟ ਨੇ ਕਾਨੂੰਨ ਜਿਹੜਾ ਕੰਪਲਸ਼ਨ ਕੀਤਾ ਹੈ ਕਿ 16 ਜੂਨ ਤੋਂ ਕਿ ਹਰ ਜੇਵਰ ਜਿਹੜਾ ਦੁਕਾਨਦਾਰ ਕਿਸੇ ਕੋਲ ਲਏਗਾ ਉਹਨੂੰ ਹਾਲਮਾਰਕ ਹੀ ਵੇਚਣਾ ਪਏਗਾ। ਪਰ ਕਮੀਆਂ ਇਹਦੇ 'ਚ ਬਹੁਤ ਹੈ ਕਿ ਇੱਕ ਇਹਦੇ 'ਚ ਸਾਡੇ ਛੋਟੇ ਜੂਲਰਸ ਵੀ ਹੈਗੇ, ਵੱਡੇ ਵੀ ਹੈਗੇ ਹੈ। ਗਵਰਨਮੈਂਟ ਕਹਿੰਦੀ ਕਿ UID ਨੰਬਰ ਲਗਾਓ, ਜਿਹੜਾ ਪੋਸੀਬਲ ਨਹੀਂ ਹੈਗਾ। ਗਵਰਨਮੈਂਟ ਕਹਿੰਦੀ ਤੁਸੀਂ ਗਰੰਟੀ ਦਿਓ। ਅਸੀਂ ਗਰੰਟੀ ਤਦ ਦਈਏ ਕਿ ਜੇ ਅਸੀਂ ਹਾਲਮਾਰਕ ਕੀਤਾ ਹੋਵੇ। ਹਾਲਮਾਰਕ ਸੈਂਟਰ ਤਾਂ ਗਵਰਨਮੈਂਟ ਹੀ ਅਪਰੂਵ ਕਰਦੀ ਹੈ। ਜਿਸ ਬੰਦੇ ਨੇ ਹਾਲਮਾਰਕ ਕੀਤਾ ਹੈ, ਗਰੰਟੀ ਉਹ ਸੈਂਟਰ ਦੀ ਹੋਣੀ ਚਾਹੀਦੀ ਹੈ। ਨਾ UID ਨੰਬਰ ਦੇ ਵਿੱਚ ਅਸੀਂ ਇੰਨਾ ਰਿਕਾਰਡ ਨਹੀਂ ਰੱਖ ਸਕਦੇ। ਅਸੀਂ ਗਵਰਨਮੈਂਟ ਨੇ ਇੱਕ ਹੀ ਗੱਲ ਕੀਤੀ ਹੈ, ਹਰ ਚੀਜ਼ ਹਾਲਮਾਰਕ ਹੋਣੀ ਚਾਹੀਦੀ ਹੈ। ਹਰ ਚੀਜ਼ ਹਾਲਮਾਰਕ ਵੇਚਾਂਗੇ। ਔਰ ਅਸੀਂ ਗਾਹਕ ਨੂੰ ਅੱਜ ਦਾ ਨਹੀਂ, ਅਸੀਂ ਤਾਂ ਸ਼ੁਰੂ ਤੋਂ ਹੀ ਹਾਲਮਾਰਕ ਦੇ ਹੱਕ 'ਚ ਵੀ ਜੀ 40% ਲੋਕ ਤਾਂ ਹਾਲੇ ਵੀ 50% ਹਾਲਮਾਰਕ ਅੱਜ ਦਾ ਨਹੀਂ 10 ਸਾਲ ਤੋਂ ਹੀ ਵੇਚ ਰਹੇ ਹੈ। ਕੋਈ ਨਈ ਚੀਜ਼ ਨਹੀਂ ਹੈਗੀ। ਪਰ ਗਵਰਨਮੈਂਟ ਜਿਹੜੀ ਚੀਜ਼ਾਂ ਇੰਪਲੀਮੈਂਟ ਮਤਲਬ ਕਿ ਅਕਾਊਂਟਸ ਮੇਨਟੇਨ, ਇੰਸਪੈਕਟਰੀ ਰਾਜ ਕਿ ਆਹ ਚੀਜ਼ ਕਿੱਥੋਂ ਆਈ, ਉਹਦਾ UID ਨੰਬਰ, ਉਹ ਸਭ ਚੀਜ਼ਾਂ ਇੰਪੋਸੀਬਲ ਹੈ। ਕਿਉਂਕਿ ਸਾਡੇ ਕੋਲ 90% ਲੋਕ ਉਹ ਹੈਗੇ ਹੈ ਜਿਨ੍ਹਾਂ ਦੀ ਸਾਲ ਦੀ ਸੇਲ 10 ਕਰੋੜ ਤੋਂ ਵੀ ਘੱਟ ਹੈ। ਉਹ ਲੋਕ ਇੰਨਾ ਖਰਚਾ, ਉਹ ਤਾਂ 1-2 EMPLOYE ਰੱਖਦੇ ਹੈ, ਉਹ ਇੰਨਾ ਖਰਚਾ ਹੀ ਨਹੀਂ ਕਰ ਸਕਦੇ ਕਿ ਇੱਕ ਬੰਦਾ ਸਪੈਸ਼ਲ ਰੱਖਣ। ਮਤਲਬ ਕਿ ਜਿਹੜਾ ਹਾਲਮਾਰਕ ਕਰਨਾ ਹੈ, ਅਸੀਂ ਕਹਿੰਦੇ ਫਸਟ ਸਟੇਜ ਦੇ ਉੱਪਰ ਹੋਵੇ। ਦੇਖੋ, ਜੁਐਲਰੀ ਬੰਦੀ ਇੱਥੇ ਘੱਟ ਹੈ, ਮੈਨੂਫੈਕਚਰ ਬਹੁਤ ਘੱਟ ਹੁੰਦੀ ਹੈ। ਇਹ ਤਕਰੀਬਨ ਜਿਹੜਾ ਜਿੰਨਾ ਵੀ ਮਾਲ ਬਾਹਰੋਂ ਆਉਂਦਾ ਹੈ, ਜਿਹੜਾ ਹੋਲਸੇਲਰ ਮਾਲ ਵੇਚਦਾ ਹੈ, ਉੱਥੋਂ ਹੀ ਇਹ ਮਤਲਬ ਕਿ ਹਾਲਮਾਰਕ ਹੋ ਕੇ ਆਉਣਾ ਚਾਹੀਦਾ ਹੈ। ਔਰ ਉਸੇ ਹਾਲਮਾਰਕ ਸੈਂਟਰ ਦੀ ਗਰੰਟੀ ਹੋਣੀ ਚਾਹੀਦੀ ਹੈ, ਨਾ ਕਿ ਵੇਚਣ ਵਾਲੇ ਦੀ ਗਰੰਟੀ ਨਾਲੋਂ ਜ਼ਿਆਦਾ ਗਰੰਟੀ ਗਵਰਨਮੈਂਟ ਦੀ ਹੋਣੀ ਚਾਹੀਦੀ ਹੈ। ਕਿ ਜਦ ਗਵਰਨਮੈਂਟ ਸੈਂਟਰ ਖੋਲ੍ਹੇ, ਗਵਰਨਮੈਂਟ ਵਿੱਚੋਂ ਲਾਇਸੈਂਸ ਫੀਸ ਲੈ ਰਹੀ ਹੈ। ਸੋ ਅਸੀਂ ਦੁਬਾਰਾ ਕਹਿ ਰਹੇ ਹਾਂ ਕਿ 10 ਕਰੋੜ ਤੋਂ ਜਿਹਦੀ ਸੇਲ ਘੱਟ ਹੈਗੀ ਹੈ, ਉਹਨੂੰ ਇਸ ਲਾਇਸੈਂਸ ਦੇ ਵਿੱਚੋਂ, ਇਸ ਰਾਜ ਦੇ ਵਿੱਚੋਂ ਮੁਕਤ ਕਰ ਦੇਣਾ ਚਾਹੀਦਾ ਹੈਗਾ। ਔਰ ਗਵਰਨਮੈਂਟ ਨੂੰ ਇਹ ਜਿਹੜਾ ਕਾਨੂੰਨ ਹੈ ਬਹੁਤ ਸਿੰਪਲੀਫਾਈ ਕਰ ਦੇਣਾ ਚਾਹੀਦਾ ਹੈ ਕਿ ਹਰ ਆਦਮੀ ਇਹਨੂੰ ਅਡਾਪਟ ਕਰ ਸਕੇ ਔਰ ਵੱਧ ਤੋਂ ਵੱਧ ਲੋਕ ਇਹਦਾ ਲਾਇਸੈਂਸ ਲੈ ਸਕਣ। ਹਾਲੇ ਤੱਕ ਤਾਂ ਇਹੀ ਪਾਸ ਨਹੀਂ ਹੋ ਰਿਹਾ ਕਿ ਦੇਖੋ, ਪੰਜਾਬ ਦੇ ਵਿੱਚ 35,000 ਦੁਕਾਨ ਹੈ ਜਿਹੜਾ ਕਿ ਇਸ ਧੰਦੇ ਨਾਲ ਜੁੜਿਆ ਹੈ। ਅੱਜ ਦੀ ਡੇਟ 'ਚ ਮੇਰਾ ਖਿਆਲ ਹੈ ਕਮ ਸੇ ਕਮ 200-300 ਬੰਦੇ ਕੋਲ ਲਾਇਸੈਂਸ ਹੋਣਾ ਹੈ। ਹਾਲੇ ਨਵੇਂ ਲਾਇਸੈਂਸ ਲੈਣੇ ਹੈ। ਕਈ ਬੰਦਿਆਂ ਦੀ ਪੋਜੀਸ਼ਨ ਹੀ ਨਹੀਂ ਕਿ ਉਹ ਲਾਇਸੈਂਸ ਫੀਸ ਵੀ ਇੰਨੀ ਖਰਚ ਕਰ ਸਕਣ। 15,000 ਤੋਂ ਲੈ ਕੇ 80,000 ਰੁਪਏ ਲਾਇਸੈਂਸ ਫੀਸ ਹੈ। ਕਿਸੇ ਨੇ ਇਸ ਗੱਲ 'ਚੋਂ ਕੀ ਕਮਾ ਲੈਣਾ ਹੈ? ਤੇ ਇਸ ਗੱਲ ਕਿ ਗਵਰਨਮੈਂਟ ਨੂੰ ਬਾਰ-ਬਾਰ ਰਿਪਰੈਜ਼ੈਂਟੇਸ਼ਨ ਦੇਣ ਤੋਂ ਬਾਅਦ ਭਾਰਤ ਸਰਕਾਰ ਨੂੰ ਇਹ ਚਾਹੀਦਾ ਹੈ ਕਿ UID ਨੰਬਰ ਔਰ 10 ਕਰੋੜ ਤੋਂ ਘੱਟ ਜਿਹੜੇ ਸੇਲ ਵਾਲੇ ਹੈਗੇ ਹੈ, ਉਹਨਾਂ ਨੂੰ ਵਿੱਚੋਂ ਇਸ ਦਾਇਰੇ 'ਚੋਂ ਕੱਢ ਦੇਣਾ ਚਾਹੀਦਾ ਹੈ। ਮਾਲ ਹਾਲਮਾਰਕ ਹੀ ਵਿਕਣਾ ਚਾਹੀਦਾ ਹੈ, ਪਰ ਲਾਇਸੈਂਸੀ ਦੌਰ 'ਚੋਂ ਕੱਢ ਦੇਣਾ ਚਾਹੀਦਾ ਹੈ। ਇਹ ਮੇਰੀ ਅਪੀਲ ਹੈ ਭਾਰਤ ਸਰਕਾਰ ਨੂੰ ਕਿ ਇਹ 2-3 ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕੱਢ ਦੇਣੀ ਚਾਹੀਦੀ ਵਿੱਚੋਂ। ਬਾਕੀ ਮੈਂ ਵਿਸ਼ਵਾਸ ਇਸ ਗੱਲ 'ਤੇ ਦਿਲਾਨਾ ਕਿ ਕੋਈ ਵੀ ਇੱਥੇ ਬੰਦਾ ਐਸਾ, ਕੋਈ ਵੀ ਜੁਐਲਰ ਐਸਾ ਨਹੀਂ ਹੈਗਾ ਕਿ ਹਾਲਮਾਰਕ ਦੀ ਕੋਈ ਨਕਲੀ ਮੋਹਰ ਨਹੀਂ ਲੱਗਦੀ, ਕੋਈ ਕੁਛ ਨਹੀਂ ਲੱਗਦਾ। ਕਿਉਂਕਿ ਗ੍ਰਾਹਕ ਨੇ ਤਾਂ ਜਿੱਥੇ ਜਾਣਾ ਹੈ, ਵਿਸ਼ਵਾਸ ਉਹਦਾ ਹੈਗਾ। ਮੈਂ ਫਿਰ ਦੁਬਾਰਾ ਇਸ ਗੱਲ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਇਸ ਚੀਜ਼ ਦੇ ਖਿਲਾਫ ਨਹੀਂ, ਹੱਕ 'ਚ ਹਾਂ। ਪਰ ਸਰਕਾਰ ਨੂੰ ਆਪਣੇ ਦਾਇਰੇ, ਆਪਣੇ ਮਤਲਬ ਕਿ ਜਿੰਨੇ ਮਤਲਬ ਕਿ ਫਾਲਤੂ ਦੀ ਚੀਜ਼ਾਂ ਹੈਗੀਆਂ ਨਾ, ਰਜਿਸਟਰ ਮੇਨਟੇਨ ਕਰਨਾ, UID ਨੰਬਰ ਲਗਾਉਣਾ, ਉਹ ਮੇਨਟੇਨ ਕਰਨਾ, ਉਹਦਾ ਅਕਾਊਂਟੈਂਸੀ ਮੇਨਟੇਨ ਕਰਨੀ, ਇਹ ਖਤਮ ਕਰ ਦੇਣੀ ਚਾਹੀਦੀ ਹੈ। तो ਗੱਲਬਾਤ ਕਰਦੇ ਹਾਂ ਪ੍ਰਦੀਪ ਜੀ ਨਾਲ। ਪ੍ਰਦੀਪ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ 'ਚ? ਮੈਂ ਤਾਂ ਪਹਿਲਾਂ ਤਾਂ ਸਵਾਗਤ ਕਰਦਾ ਸਰਕਾਰ ਦਾ ਕਿ ਜਿਨ੍ਹਾਂ ਨੇ ਹਾਲਮਾਰਕਿੰਗ ਦਾ ਜਿਹੜਾ 16 ਜੂਨ ਨੂੰ ਇਹ ਲਾ ਰਹੇ ਹੈ। ਵੈਸੇ ਸਾਡੇ ਜਿੰਨੇ ਜੂਲਰ ਹੈ ਪੂਰੇ ਲੁਧਿਆਣੇ ਦੇ ਅੰਦਰ ਕੀ ਪੂਰੇ ਪੰਜਾਬ ਦੇ ਅੰਦਰ, ਹਿੰਦੁਸਤਾਨ ਦੇ ਅੰਦਰ, ਇਹ ਹਾਲਮਾਰਕ ਜੁਐਲਰੀ ਪਿਛਲੇ 10 ਸਾਲ ਤੋਂ ਲਾਇਸੈਂਸ ਲਿੱਤੇ ਵੀ ਹੋਏ ਹੈ ਔਰ ਹਾਲਮਾਰਕ ਜੁਐਲਰੀ ਹੀ ਵੇਚ ਰਹੇ ਹੈ। ਔਰ ਸਾਡੇ ਜਿਹੜਾ ਫੈਕਟ ਹੈ ਜ਼ਿਆਦਾ ਛੋਟੇ ਦੁਕਾਨਦਾਰਾਂ ਨੂੰ ਹੈ, ਜਿਹੜਾ ਕਿ ਅੱਜ ਇਸ 16 ਤਰੀਕ ਤੋਂ ਬਾਅਦ ਆਪਣੀ ਜੁਐਲਰੀ ਨੂੰ ਜੇ ਅਗਰ ਹਾਲਮਾਰਕ ਦਾ ਲਾਇਸੈਂਸ ਨਹੀਂ ਲੈਂਦਾ ਤਾਂ ਉਹਦੇ ਉੱਤੇ ਜਿਹੜੇ ਕਾਨੂੰਨੀ ਕਾਰਵਾਈ ਸਰਕਾਰੀ ਤੌਰ ਤੇ ਲਾਈ ਗਈ ਹੈ, ਉਹਦਾ ਉਹਨੂੰ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ, ਜਿਹੜਾ ਕਿ ਹੋਣਾ ਨਹੀਂ ਚਾਹੀਦਾ। ਉਹਨਾਂ ਨੂੰ ਇਸ ਦਾਇਰੇ ਤੋਂ, ਜਿੱਦਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਵੀ ਉਹਨੂੰ ਦੂਰ ਰੱਖਣਾ ਚਾਹੀਦਾ। 10 ਕਰੋੜ ਦੀ ਸੇਲ ਤੋਂ ਨੀਚੇ ਵਾਲਿਆਂ ਨੂੰ ਲਾਇਸੈਂਸ ਫ੍ਰੀ ਕਰਨਾ ਚਾਹੀਦਾ। ਜੁਐਲਰੀ ਸਾਡਾ ਸਟਾਕ ਸਦੀਆਂ ਤੋਂ ਚੱਲਦਾ ਆ ਰਿਹਾ, ਜਿਹੜਾ ਕਿ ਸਾਡਾ ਵਿਸ਼ਵਾਸ ਦੇ ਉੱਤੇ ਵਿਕਦਾ। ਅੱਜ ਜੁਐਲਰੀ ਜੇ ਹਾਲਮਾਰਕ ਦੇ ਵਿੱਚ ਕੈਰਟ ਸਾਰੇ ਫਿਕਸ ਕਰ ਦੇਣੇ ਚਾਹੀਦੇ ਹੈ।
ਕੈਰਟ ਦੇ ਵਿੱਚ ਜੇ ਕੋਈ ਡਿਫਰੈਂਸਿਸ ਕਿਸੇ ਸਟਾਕ ਦੇ ਅੰਦਰ ਆਂਦਾ ਤਾਂ ਉਹ 'ਤੇ ਇੰਸਪੈਕਟਰੀ ਰਾਜ ਲਾਗੂ ਹੋਊਗਾ ਔਰ ਨੁਕਸਾਨ ਬਹੁਤ ਵੱਡਾ ਹੋਊਗਾ, ਜਿਹੜਾ ਕਿ ਸਰਕਾਰ ਨੂੰ ਇਹ ਸੋਚਦੇ ਹੋਏ ਇਹ ਕਦਮ ਨੂੰ ਸਿੰਪਲੀਫਾਈ ਕਰ ਦੇਣਾ ਚਾਹੀਦਾ ਹੈ। ਅਸੀਂ ਸਰਕਾਰ ਦੇ ਨਾਲ ਹੈ ਔਰ ਸਰਕਾਰ ਦੀ ਇਸ ਗੱਲ ਤੋਂ ਅਸੀਂ ਬਾਰ-ਬਾਰ ਬੇਨਤੀ ਕਰਦੇ ਹਾਂ, ਜਿੱਦਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ, ਮਨੋਜ ਜੀ ਬੈਠੇ ਹੈ, ਵੀ ਇਹ ਕਾਨੂੰਨ ਨੂੰ ਸਿੰਪਲੀਫਾਈ ਕਰਨ, ਇਹ ਸਾਡੀ ਸਰਕਾਰ ਅੱਗੇ ਬੇਨਤੀ। ਸੋ ਗੱਲਬਾਤ ਕਰਦੇ ਹਾਂ ਮਨੋਜ ਜੀ ਨਾਲ। ਮਨੋਜ ਜੀ ਨੂੰ ਪੁੱਛਦੇ ਹਾਂ, ਮਨੋਜ ਜੀ ਤੁਹਾਡਾ ਇਸ ਬਾਰੇ ਕੀ ਵਿਊ ਹੈਗਾ? ਦੇਖੋ, ਵਿਊ ਦੇ ਵੈਰੀ ਮਚ ਕਲੀਅਰ ਕਿ ਅਸੀਂ ਇਹ ਕਾਨੂੰਨ ਦੀ ਤਾਂ ਅਸੀਂ ਵੈਲਕਮ ਕਰਦੇ ਹਾਂ। ਕਾਫੀ ਦੇਰ ਤੋਂ ਇਹਦੀ ਵੇਟ ਸੀ ਕਾਨੂੰਨ ਦੀ, ਕਿਉਂਕਿ ਜਿਹੜੇ ਜੂਲਰ ਆਲਰੇਡੀ ਹਾਲਮਾਰਕ ਵੇਚ ਰਹੇ ਹੈ ਉਹਨਾਂ ਨੂੰ ਇਸ ਚੀਜ਼ ਦੀ ਤਾਂ ਕੋਈ ਕਮਾਈ ਹੈ ਨਹੀਂ ਕਿ ਅਸੀਂ ਕੋਈ ਪਿਓਰਿਟੀ 'ਚ ਕਮਾਈ ਕਰਨੀ ਹੈਗੀ ਹੈ। ਹਾਂ, ਜਿਹੜੇ ਕਾਨੂੰਨ ਦੇ ਵਿੱਚ ਵਿਸੰਗਤੀਆਂ ਬਣਾਈਆਂ ਆ UID ਨੰਬਰ, ਰਜਿਸਟ੍ਰੇਸ਼ਨ, ਇਹ ਚੀਜ਼ਾਂ ਗਲਤ ਹੈਗੀਆਂ। ਕਮ ਸੇ ਕਮ 10 ਕਰੋੜ ਰੁਪਏ ਦੀ ਸੇਲ ਇੱਕ ਜੁਐਲਰੀ ਲਾਈਨ ਦੇ ਵਿੱਚ ਇੱਕ ਨਾਰਮਲ ਸੇਲ ਗਿਣੀ ਜਾਂਦੀ ਹੈਗੀ ਹੈ। ਉਹ ਲੋਕਾਂ ਨੂੰ ਤਾਂ ਲਾਇਸੈਂਸਿੰਗ ਤੋਂ ਪਾਰ ਕਰਨਾ ਚਾਹੀਦਾ। ਹਾਲ ਮਾਰਕਿੰਗ ਕੰਪਲਸਰੀ ਹੋਣੀ ਚਾਹੀਦੀ ਹੈ। ਔਰ ਨੰਬਰ 2, ਜਿਹੜਾ ਹਾਲ ਮਾਰਕਿੰਗ ਕੀਤੀ ਹੈ, ਜਿਹੜੇ ਸੈਂਟਰ ਨੇ ਕੀਤੀ ਹੈ, ਜਵਾਬਦੇਹੀ ਉਸ ਸੈਂਟਰ ਦੀ ਹੋਵੇ, ਨਾ ਕਿ ਇੱਕ ਰਿਟੇਲ ਦੁਕਾਨਦਾਰ ਦੀ ਹੋਵੇ। ਉਹ ਦੁਕਾਨਦਾਰ ਨੇ ਸਮਾਨ ਬਣਾਇਆ ਜਾਂ ਬਣਵਾਇਆ, ਅੱਗੇ ਭੇਜਤਾ ਹਾਲਮਾਰਕ ਸੈਂਟਰ ਲਈ। ਜੇ ਹਾਲਮਾਰਕ ਉਹ ਨਹੀਂ ਹੁੰਦਾ, ਰਿਜੈਕਟ ਕਰ ਸਕਦੇ ਆ ਅਤੇ ਉਹ ਆਪੇ ਦੁਬਾਰਾ ਬਣਾਏਗਾ। ਪਰ ਇਸ ਕਰਕੇ ਜ਼ਿੰਮੇਵਾਰੀ ਦੁਕਾਨਦਾਰ ਦੀ ਨਹੀਂ ਬਣਦੀ, ਜ਼ਿੰਮੇਵਾਰੀ ਹਾਲਮਾਰਕ ਸੈਂਟਰ ਦੀ ਬਣਦੀ ਹੈ। ਗੌਰਮੈਂਟ ਨੂੰ ਇਹਦੇ ਵਿੱਚ ਨਾ ਇੰਨੀ ਕੰਪਲੀਕੇਸ਼ਨ ਨਹੀਂ ਚਾਹੀਦੀਆਂ। ਇਸ ਸਾਡੇ ਟ੍ਰੇਡ ਦੇ ਉੱਪਰ ਕਿਸੇ ਟਾਈਮ ਗੋਲਡ ਕੰਟਰੋਲ ਐਕਟ ਸੀਗਾ, ਜਿਹੜਾ 92 ਦੇ ਵਿੱਚ ਮਧੂ ਦੰਡਵਤੀ ਜੀ ਨੇ ਖਤਮ ਕੀਤਾ ਸੀਗਾ। ਉਸ ਤੋਂ ਬਾਅਦ ਇਹ ਟ੍ਰੇਡ ਬੜਾ ਐਕਸਪੈਂਡ ਹੋਇਆ, ਗੌਰਮੈਂਟ ਨੂੰ ਬਹੁਤ ਰੈਵਨਿਊ ਆਇਆ, ਮੈਕਸਿਮਮ ਇੰਪੋਰਟ ਸ਼ੁਰੂ ਹੋਏ, ਐਕਸਪੋਰਟ ਸ਼ੁਰੂ ਹੋਏ। ਹੁਣ ਇਹ ਨਵੇਂ ਕਾਨੂੰਨ ਦੇ ਨਾਲ ਰਿਟੇਲ ਸੈਕਟਰ ਬਹੁਤ ਟਫ ਹੋਣ ਜਾ ਰਿਹਾ ਹੈ, ਜਿਹਦੇ ਵਿੱਚ ਗੌਰਮੈਂਟ ਦਾ ਸਾਰਾ ਕੰਟਰੋਲ ਹੋ ਗਿਆ ਇਹਦੇ 'ਤੇ। ਇਹ ਗਲਤ ਹੈ। ਸਰ ਪ੍ਰਦੀਪ ਜੀ, ਤੁਹਾਡੇ ਤੋਂ ਪੁੱਛਣਾ ਚਾਹਾਂਗੇ, ਜਿੱਦਾਂ ਇਹਨਾਂ ਨੇ ਕਿਹਾ ਕਿ ਇਹ ਸੈਂਟਰ ਤੋਂ ਇਹਦੇ ਤੇ ਇੰਪਲੀਮੈਂਟੇਸ਼ਨ ਕੁਝ ਇੱਦਾਂ ਦੀ ਪਾਲਿਸੀਜ਼ ਹੋਣੀ ਚਾਹੀਦੀਆਂ ਕਿ ਸੈਂਟਰ ਤੋਂ ਹੀ ਇਹਦੇ ਤੇ ਕੰਟਰੋਲ ਕੀਤਾ ਜਾਏ। ਪਹਿਲੀ ਗੱਲ, ਇਹ ਫਿਜ਼ੀਬਲ ਹੈਗਾ? ਬਿਲਕੁਲ ਫਿਜ਼ੀਬਲ ਹੈ ਜੀ। ਜਿਹੜੇ ਹਾਲਮਾਰਕ ਕੇਂਦਰ ਹੈਗੇ, BSI ਹੈ, ਉਹ ਸਰਕਾਰ ਦਾ ਇੱਕ ਅਦਾਰਾ ਹੈਗਾ। ਉਹ ਸਰਕਾਰ ਦੇ ਦਾਇਰੇ ਦੇ ਵਿੱਚ ਜਿਹੜੇ ਕਾਨੂੰਨ ਹੈ ਸਖਤ, ਉਹ ਦਾਇਰੇ ਦੇ ਉੱਪਰ ਹੋਣੇ ਚਾਹੀਦੇ, ਨਾ ਕਿ ਇੱਕ ਰਿਟੇਲਰ ਦੇ ਉੱਪਰ ਹੋਣ। ਜੇ ਉਹ ਗਲਤ ਕਰੇਗਾ ਤਾਂ ਉਹੀ ਕਰੇਗਾ ਨਾ। ਅਸੀਂ ਤਾਂ ਮੋਹਰਾਂ ਨਹੀਂ ਲਾਉਂਦੇ। ਬਿਲਕੁਲ, ਅਸੀਂ ਤਾਂ ਆਪਣੀ ਹਾਲਮਾਰਕਿੰਗ ਕੇਂਦਰ ਤੇ ਮਾਲ ਭੇਜਤਾ ਵੀ ਮਾਲ ਸਾਡਾ ਹਾਲਮਾਰਕ ਕਰ ਦਿਓ, ਉਹ ਹਾਲਮਾਰਕ ਮਾਲ ਖੋ ਕੇ ਆਣਾ। ਜਿਹੜੇ ਮੋਹਰ ਲਵਾਉਂਦੇ ਆ ਗਲਤ ਜਾ ਕੇ ਜਾਂ ਉੱਥੇ ਕਹਿੰਦੇ ਆ, ਉਹ ਹਾਲਮਾਰਕ ਕੇਂਦਰ ਜ਼ਿੰਮੇਵਾਰ ਹੋਣਾ ਚਾਹੀਦਾ, ਦੁਕਾਨਦਾਰ ਨਹੀਂ ਹੋਣਾ ਚਾਹੀਦਾ। ਇੱਕ ਪ੍ਰਧਾਨ ਜੀ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਮੈਕਸਿਮਮ ਤੁਸੀਂ ਜਿੱਦਾਂ ਹੁਣੇ ਦੱਸਿਆ ਕਿ ਅਸੀਂ ਤਾਂ ਜੁਐਲਰੀ ਬਹੁਤ ਘੱਟ ਬੰਦੀ ਹੈ, ਜੁਐਲਰੀ ਜ਼ਿਆਦਾ ਜਿਹੜੀ ਹੈਗੀ ਹੈ ਕਿਸੇ ਹੋਰ ਸੈਂਟਰਸ 'ਤੇ ਬੰਦੇ, ਇਹੋ ਜਿਹੇ ਕਿੱਥੇ ਦੇ ਉਹ ਸੈਂਟਰ ਹੈਗੇ, ਕਿੱਥੇ ਬੰਦੀ ਹੈ? ਜੇ ਉੱਥੇ ਹੀ ਮੋਹਰਾਂ ਲੱਗ ਜਾਣ ਤੇ ਤੁਹਾਡੇ ਕੋਲ ਤਾਂ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਤਾਂ ਮੈਕਸਿਮਮ ਟ੍ਰੇਡਿੰਗ ਕਰ ਰਹੇ ਹੋ, ਸੋ ਬਹੁਤ ਸਾਰੇ ਦੁਕਾਨਦਾਰ ਇਸ ਚੀਜ਼ ਤੋਂ ਵੈਸੇ ਹੀ ਬਾਹਰ ਆ ਜਾਣਗੇ। ਬਿਲਕੁਲ, ਕਿਉਂਕਿ ਜੁਐਲਰੀ ਜਿਹੜਾ ਮੈਨੂਫੈਕਚਰਿੰਗ ਹੈ ਮੋਸਟਲੀ ਗੁਜਰਾਤ 'ਚ ਹੈ, ਬੰਬੇ ਹੈ, ਕੈਲਕਟਾ ਹੈ, ਮੈਦਰਾਸ ਹੈ। ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਾਰੀ ਜਿਹੜੀ ਜੁਐਲਰੀ 90% ਬਣ ਰਹੀ ਹੈ ਉਹ ਸਟਾਈਲ 'ਚ ਬਣ ਰਹੀ ਹੈ ਸਾਰੀ। ਉੱਥੋਂ ਅਸੀਂ ਚਾਹੁੰਦੇ ਕਿ ਜਿਹੜਾ ਹੋਲਸੇਲਰਸ ਜਾਂ ਮੈਨੂਫੈਕਚਰਰ ਭੇਜਦੇ ਆ, ਫੈਕਟਰੀਆਂ ਭੇਜਦੀਆਂ, ਉੱਥੋਂ ਹੀ ਮਤਲਬ ਕਿ ਸਾਰਾ ਹਾਲ ਮਾਰਕਿੰਗ ਹੋ ਕੇ ਆਉਣ ਤੋਂ ਬਾਅਦ ਉੱਥੋਂ ਹੀ ਉਸ ਸੈਂਟਰ ਦੀ ਨਾਲ ਸਟੈਂਪ ਲੱਗਣੀ ਚਾਹੀਦੀ ਜਿਸ ਸਟੈਂਪ ਨੇ ਲਗਾਈ ਹੈ, ਔਰ ਉਹਦੀ ਗਰੰਟੀ ਹੋਣੀ ਚਾਹੀਦੀ ਹੈ। ਸਾਡੀ ਗਰੰਟੀ ਕਿਸ ਚੀਜ਼ ਦੀ ਹੋਣੀ ਚਾਹੀਦੀ? 1-2% ਕਮਾਉਣ ਵਾਲੇ ਅਸੀਂ ਤਾਂ ਇੱਕ ਗਾਹਕ ਵਾਸਤੇ ਅਸੀਂ ਗਰੰਟਰ ਖੜੇ ਆ, ਪਰ ਸਾਡੇ ਵਾਸਤੇ ਵੀ ਤਾਂ ਗਰੰਟੀ ਹੋਣੀ ਚਾਹੀਦੀ ਹੈ ਨਾ ਇੱਕ ਸਰਕਾਰ ਦੀ, ਕਿ ਜਿਸ ਬੰਦੇ ਨੇ ਹਾਲਮਾਰਕ ਸੈਂਟਰ ਵਾਲੇ ਨੇ ਸਟੈਂਪ ਲਗਾਤੀ ਉਹ ਐਗਜ਼ੈਂਪਟ ਹੋ ਜਾਵੇ, ਵੇਚਣ ਵਾਲਾ ਫਸੇ। ਇਹ ਕਿੱਥੋਂ ਦਾ ਦੱਸੋ ਨਿਆਂ ਹੈ? ਸਰਕਾਰ ਤੁਸੀਂ ਇਹਦੇ ਲਈ ਕੋਈ ਸਰਕਾਰ ਨੂੰ ਮੈਮੋਰੰਡਮ ਭੇਜਿਆ ਹੈ, ਕੋਈ ਕਿਸੇ ਤਰੀਕੇ ਆਪਣੀ ਐਸੋਸੀਏਸ਼ਨ ਵੱਲੋਂ ਜਾਂ ਕੋਈ ਗੱਲਬਾਤ ਕੀਤੀ ਹੈ? ਕਈ ਤਰ੍ਹਾਂ ਦੀ ਮੀਟਿੰਗਸ ਹੋਈਆਂ, ਕਈ ਤਰ੍ਹਾਂ ਦੀ ਮੀਟਿੰਗਸ ਹੋਈਆਂ। ਪਿਊਸ਼ ਗੋਇਲ ਜੀ ਖੁਦ ਬੈਠੇ ਜ਼ੂਮ ਮੀਟਿੰਗ ਦੇ ਵਿੱਚ, ਸਭ ਕੁਝ ਹੋਇਆ। ਪਰ ਸਰਕਾਰ ਨੂੰ ਖੁਦ ਹੀ ਮੈਂ ਤਾਂ ਸਮਝ ਨਹੀਂ ਆਉਂਦੀ, ਕਾਨੂੰਨ ਇੰਪਲੀਮੈਂਟ ਕਰਨ ਤੋਂ ਪਹਿਲਾਂ ਉਹਨਾਂ ਨੂੰ ਆਪ ਹੀ ਨਹੀਂ ਸਮਝ ਆ ਰਹੀ ਕਿ ਕਿਸ ਪਾਸੇ ਚੱਲਣਾ। ਜਦ ਅਸੀਂ ਕਹਿੰਦੇ ਕਿ ਹਾਲਮਾਰਕ ਕੰਪਲਸਰੀ ਕਰ ਦਿਓ, 3 ਤਰ੍ਹਾਂ ਦਾ ਹਾਲਮਾਰਕ ਹੈ, 22 ਕੈਰਟ, 18 ਕੈਰਟ, 14 ਕੈਰਟ। ਅਸੀਂ ਉਹਨਾਂ ਨੂੰ ਕਹੇ 24 ਕੈਰਟ ਵੀ ਕਰ ਦਿਓ। ਕਈ ਲੋਕ ਕੋਇਨਸ ਲੈਂਦੇ, ਕੁਝ ਕਰਦੇ ਹੋ ਕਿ ਨਹੀਂ ਜੀ 24 ਕੈਰਟ ਨਹੀਂ ਕਰਨਾ। ਉਹ ਕਿਉਂ ਨਹੀਂ ਕਰਦੇ ਤੁਸੀਂ 24 ਕੈਰਟ? ਜੇ ਕਿਸੇ ਨੇ ਜ਼ਰੂਰਤ 24 ਕੈਰਟ ਦੀ ਹੈਗੀ ਹੈ, ਉਹ ਵੀ ਕਨਵਰਸ਼ਨ ਕਰ ਦਿਓ। ਅਸੀਂ ਤਾਂ ਕਹਿੰਦੇ ਆ, ਅਸੀਂ ਸਰਕਾਰ ਨੂੰ ਖੁਦ ਕਹਿੰਦੇ ਕਿ ਆ ਵੀ ਕਰੋ, ਸਰਕਾਰ ਨੂੰ ਇਹ ਵੀ ਕਹਿੰਦੇ 20 ਕੈਰਟ ਵਾਲਾ ਵੀ ਕਰੋ। ਸਰਕਾਰ ਨੂੰ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਸੀ ਜਿਹਦੇ 'ਚ ਅਸੀਂ ਉਹਨਾਂ ਨੂੰ ਕਿਹਾ ਕਿ 22 ਵੀ ਕਰ ਦਿਓ, 20 ਵੀ ਕਰ ਦਿਓ। ਕਈ ਜਗ੍ਹਾ 'ਤੇ ਸਾਡੇ ਇੰਡੀਆ ਦੇ ਵਿੱਚ 20 ਕੈਰਟ ਦਾ ਮਾਲ ਵਿਕਦਾ ਹੈ, ਕਈ ਸਾਡੇ ਇੰਡੀਆ ਦੀ ਜਗ੍ਹਾ 24 ਕੈਰਟ ਦਾ ਮਾਲ ਵਿਕਦਾ ਹੈ। ਇਸ ਵਿੱਚ ਬਹੁਤ ਮਤਲਬ ਕਿ ਹੈਲਦੀ ਡਿਸਕਸ਼ਨ ਹੋਈ ਸੀ। ਕਈ ਲੋਕ ਸੋਨਾ ਲੈ ਕੇ ਰੱਖਣਾ ਚਾਹੁੰਦੇ ਹੈ, ਉਹਨਾਂ ਦੀ ਵੀ ਹਾਲਮਾਰਕਿੰਗ ਹੋਣੀ ਚਾਹੀਦੀ ਹੈ। ਅਸੀਂ ਕੰਜ਼ਿਊਮਰ ਦੇ ਨਾਲ ਆ, ਇਹ ਨਹੀਂ ਕਹਿੰਦੇ ਕਿ ਆ ਨਹੀਂ ਹੋਣੀ ਚਾਹੀਦੀ। ਹਰ ਚੀਜ਼ ਸਖਤੀ ਤੋਂ ਸਖਤੀ ਹੋਵੇ, ਪਰ ਜਿਹੜਾ ਲਾਇਸੈਂਸੀ ਅਦਾਰਾ, ਇੰਸਪੈਕਟਰੀ ਰਾਜ, UID ਨੰਬਰ,
ਇਹ ਸਭ ਚੀਜ਼ਾਂ ਫਜ਼ੂਲ ਦੀਆਂ ਹੈਗੀਆਂ, ਇਹ ਤੋਂ ਨਿਕਲਣਾ ਕੁਝ ਨਹੀਂ ਜਿਹੜਾ ਇੰਸਪੈਕਟਰ ਰਾਜ ਬਾਹਰ ਆ ਜਾਏਗਾ, ਜਿਹਨੂੰ ਮੋਦੀ ਸਰਕਾਰ ਕੱਢਣਾ ਚਾਹੁੰਦੀ ਸੀ ਉਹ ਅਡਾਪਟ ਕਰ ਰਹੇ ਹੈ, ਵਾਪਸ ਉੱਥੇ ਆਏ। ਮਨੋਜ ਜੀ, ਤੁਹਾਨੂੰ ਪੁੱਛਣਾ ਚਾਹਾਂਗੇ ਕਿ ਜਿੱਦਾਂ ਇਸ ਚੀਜ਼ ਨਾਲ ਪ੍ਰੈਕਟੀਕਲ ਦੁਕਾਨਦਾਰ ਤੇ ਕਿੰਨਾ ਐਕਸਟਰਾ ਬੋਝ ਪੈ ਜਾਏਗਾ, ਉਹਨੂੰ ਕੀ ਨਵੀਂ ਐਕਸਰਸਾਈਜ਼ ਕਰਨੀ ਪਏਗੀ, ਸੋ ਕਿੱਦਾਂ ਦੀਆਂ ਚੀਜ਼ਾਂ ਦੇ ਕਰਕੇ ਤੁਸੀਂ ਕਹਿ ਰਹੇ ਹੋ, ਜਿਵੇਂ ਦੱਸਿਆ ਕਿ ਹੁਣੇ ਪੰਜਾਬ ਦੇ ਵਿੱਚ 35,000 ਦੁਕਾਨਦਾਰ ਹੈ, ਜੇ 10 ਕਰੋੜ ਵਾਲੇ ਤੁਸੀਂ ਕਹਿ ਰਹੇ ਹੋ ਐਗਜ਼ੈਂਪਟ ਕਰ ਦਿੱਤੇ ਜਾਣੇ ਚਾਹੀਦੇ, ਤੇ ਕਿੰਨੇ ਕੁ ਦੁਕਾਨਦਾਰ ਇਹਦੇ ਵਿੱਚੋਂ ਬਾਹਰ ਆ ਜਾਣਗੇ ਟੈਂਟੇਟਿਵਲੀ? 60% ਦਾ ਮਿਨੀਮਮ ਬਾਹਰ ਆਈ ਜਾਣਗੇ। ਅੱਛਾ ਜੀ, ਚਲੋ ਉਹ ਇੱਕ ਅਲੱਗ ਚੀਜ਼ ਹੈ, ਉਹ 60 ਫਿਰ ਬਾਹਰ ਨਹੀਂ ਆਣਗੇ, ਉਹ ਵੀ ਹਾਲਮਾਰਕ 골ਡ ਵੇਚਣਗੇ, ਪਰ ਉਹਨਾਂ ਨੂੰ ਇੱਕ ਲਾਇਸੈਂਸ ਲੈ ਕੇ ਇਹਨੂੰ ਮੇਨਟੇਨ ਨਹੀਂ ਕਰਨਾ ਪਏਗਾ। ਉਹਨਾਂ ਦਾ ਜਿਹੜਾ ਸਮਾਨ ਆਏਗਾ ਜਿੱਥੋਂ ਪਰਚੇਜ਼ ਕਰਦੇ ਹੋ, ਹਾਲਮਾਰਕ ਕਰਵਾ ਕੇ ਗਵਰਨਮੈਂਟ ਨੂੰ ਰੈਵਨਿਊ ਵੀ ਮਿਲੇਗਾ, ਔਰ ਜਿਹੜਾ ਗਵਰਨਮੈਂਟ ਦਾ ਮੇਨ ਮੋਟਿਵ ਹੈ ਕਿ ਕਸਟਮਰ ਨੂੰ ਕੁਆਲਿਟੀ ਵੀ ਮਿਲੇ, ਔਰ ਜੁਐਲਰ ਚਾਹੁੰਦੇ ਕਿ ਕੁਆਲਿਟੀ ਮਿਲੇ। ਹਾਲਮਾਰਕ ਸਾਰੇ ਹੀ ਵੇਚਣਗੇ, ਐਗਜ਼ੰਪਸ਼ਨ ਅਸੀਂ ਹਾਲਮਾਰਕਿੰਗ ਤੋਂ ਨਹੀਂ ਮੰਗ ਰਹੇ ਉਹਨਾਂ ਲੋਕਾਂ ਲਈ ਕਿ ਉਹ ਬਿਨਾਂ ਹਾਲਮਾਰਕਸ ਉਹਦਾ ਵੇਚਣ ਦਾ, ਬਿਨਾਂ ਪਿਓਰਟੀ ਦਾ ਵੇਚਣ, ਹਾਲਮਾਰਕ ਵੇਚਣ, ਪਿਓਰਟੀ ਵਾਲਾ ਵੇਚਣ, ਹਾਲਮਾਰਕ ਹੀ ਵੇਚਣਗੇ। ਕਾਨੂੰਨ ਹੋਣਾ ਚਾਹੀਦਾ ਵਾ, ਪਰ ਉਹ ਲਾਇਸੈਂਸਿੰਗ ਨਹੀਂ ਹੋਣੀ ਚਾਹੀਦੀ। ਦੇਖੋ ਫਜ਼ੂਲ ਦੀ ਲਾਇਸੈਂਸਿੰਗ ਕਿ ਲਾਇਸੈਂਸਿੰਗ ਜਿਹੜੀ ਹੈ ਉਹ ਸੈਂਟਰਿਕ ਇੱਕ ਹੋ ਜਾਣੀ ਚਾਹੀਦੀ ਹੈ, ਜਿਹੜੀ ਕੰਪਨੀਆਂ ਬਣਾ ਰਹੀਆਂ ਬਸ ਉਹਨਾਂ ਤੇ ਉੱਥੇ ਹੋ ਜਾਵੇ, ਤੇ ਡਾਊਨ ਦੀ ਲਾਈਨ ਜਿਹੜੇ ਦੁਕਾਨਦਾਰ ਉਸ ਚੀਜ਼ ਤੋਂ ਬਾਹਰ ਆ ਜਾਣ। ਯੈਸ, ਡਿਮਾਂਡ ਇਹੀ ਹੈ ਨਾ ਕਿ ਲਾਇਸੈਂਸ ਇੱਕ ਅਪਰ ਲੈਵਲ ਤੇ ਹੋਣੀ ਚਾਹੀਦੀ ਹੈ, ਔਰ ਉਹਨਾਂ ਦੇ ਵੀ ਲਾਇਸੈਂਸ ਇਹ ਹੈ ਕਿ ਉਹਨਾਂ ਲੋਕਾਂ ਨੇ ਮਾਲ ਬਣਾਉਣਾ ਹੈ, ਅੱਗੇ ਮਾਲ ਸਪਲਾਈ ਕਰਨਾ ਹੈ। 10 ਕਰੋੜ ਰੁਪਇਆ ਗੋਲਡ ਕੋਈ ਏਡੀ ਚੀਜ਼ ਨਹੀਂ ਹੈਗੀ। ਤੇ ਨੰਬਰ 2 ਜਿਹੜੀ ਜਿਹੜੀ ਚੀਜ਼ ਹੈਗੀ ਹੈ ਕਿ UID ਨੰਬਰ ਲਾਓ ਜੀ, ਰਜਿਸਟਰਡ ਮੇਨਟੇਨ ਕਰੋ ਜੀ। ਕਿਆ ਸਾਰਾ ਦਿਨ ਅਸੀਂ ਆਪਣਾ ਕੰਮ ਛੱਡ ਕੇ ਇਸੇ ਕੰਮ ਦੇ ਮਗਰ ਲੱਗੇ ਰਹੀਏ? ਕਿਹੜੀ ਟ੍ਰੇਡ ਦੇ ਉੱਤੇ UID ਨੰਬਰ ਲਾਇਆ ਵਾ? ਦਵਾਈਆਂ ਦੇ ਪੱਤੇ ਦੇ ਉੱਤੇ 20 ਰੁਪਏ ਦੀ ਗੋਲੀ ਤੇ 200 ਰੁਪਈਆ ਪ੍ਰਿੰਟ ਕਰਕੇ ਵੇਚਿਆ ਜਾ ਰਿਹਾ ਵਾ। ਉਧਰ ਗਵਰਨਮੈਂਟ ਦਾ ਕੋਈ ਧਿਆਨ ਨਹੀਂ, ਉੱਥੇ ਕੋਈ UID ਨੰਬਰ ਨਹੀਂ ਹੈਗਾ। ਕਿਉਂ? ਇਹ UID ਦਾ ਬੇਸਿਕਲੀ ਮਕਸਦ ਕੀ ਹੋਇਆ ਪ੍ਰਧਾਨ ਜੀ? UID ਦਾ ਮਕਸਦ ਇਹ ਹੈ ਜੀ, ਦੁਕਾਨ ਦੇ ਉੱਪਰ ਆ ਕੇ ਨੰਬਰ ਆਫ ਪੀਸਿਸ ਆਪਣੇ ਅਕਾਊਂਟ ਕਰੋ ਜੀ, ਤੁਹਾਡੀ ਮਤਲਬ 100-200 ਰਿੰਗ ਹੈ, 400 ਪੈਨਲ ਸੈੱਟ ਹੈ, 20 ਸੈੱਟ ਹੈ, ਜਿਹੜੀ ਚੀਜ਼ ਵਿਕੀ ਉਹਦਾ UID ਨੰਬਰ ਮਾਈਨਸ ਕਰੋ ਜੀ। ਇਹ ਕਿਸ ਤਰ੍ਹਾਂ ਮੇਨਟੇਨ ਹੋ ਸਕਦਾ ਅਕਾਊਂਟ? ਮਤਲਬ ਕਿ ਉੱਪਰ ਅਫਸਰੀ ਰਾਜ ਦੇ ਵਿੱਚ ਆ ਕੇ ਅਫਸਰਾਂ ਨੂੰ ਤਾਂ ਫਰਕ ਨਹੀਂ ਪੈਂਦਾ, ਉਹਨਾਂ ਨੇ ਤਾਂ 10 ਵਜੇ ਆਣਾ, 5 ਵਜੇ ਚਲ ਜਾਣਾ ਹੈ। ਦੁਕਾਨਦਾਰ ਸਵੇਰੇ 9 ਵਜੇ ਆ ਕੇ ਰਾਤ ਨੂੰ 10 ਵਜੇ ਤੱਕ ਇਹ ਮਿਲਦਾ ਰਹੇ ਕਿਹੜਾ UID ਨੰਬਰ ਮਿਸ ਹੋਇਆ, ਕਿਹੜਾ ਕੁਛ ਹੋਇਆ। ਕੱਲ੍ਹ ਨੂੰ ਇੰਸਪੈਕਟਰ ਨੇ ਚੈੱਕ ਕਰ ਲਓ ਜੀ, ਫਲਾਣਾ UID ਨੰਬਰ ਦਿਖਾਓ, ਫਿਰ ਬਿੱਲ ਦੇ ਉੱਪਰ ਪਾਓ, ਬਿੱਲ ਦੇ ਉੱਪਰ ਫੋਟੋ ਲਗਾਓ ਚੀਜ਼ ਦੇ ਉੱਪਰ। ਕਿਆ ਪੋਸੀਬਿਲਿਟੀ, ਕਿਆ ਗੱਲ ਹੈਗੀ ਹੈ? ਦੇਖੋ ਜੀ, ਆਪਾਂ ਹਰ ਕਾਨੂੰਨ ਨੂੰ ਸਿੰਪਲੀਫਾਈ ਕਰਨਾ ਚਾਹੁੰਦੇ ਹਾਂ ਜਾਂ ਆਦਮੀ ਨੂੰ ਇਸੇ ਮੁਸੀਬਤ 'ਚ ਰੱਖਣਾ ਚਾਹੁੰਦੇ ਹੈਗੇ ਆ? ਇਸ ਮੁਸੀਬਤ 'ਚੋਂ ਕੱਢਣ ਵਾਸਤੇ ਤੁਸੀਂ ਦੇਖੋ ਰਸਤਾ ਕੀ ਹੈਗਾ। ਔਰ ਸਰਕਾਰ ਦੇ ਵਿੱਚ ਮੰਤਰੀ ਜਿਸ ਤਰ੍ਹਾਂ ਦੀ ਗੱਲ ਕਰਦੇ ਹੈ ਉਹ ਸਭ ਹਵਾਈ ਜਹਾਜ਼ ਹੈ। ਇੱਕ ਵਾਰੀ ਤੁਸੀਂ ਫਿਜ਼ੀਕਲ ਕਰਨਾ ਹੋਵੇ ਤੁਹਾਨੂੰ ਪਤਾ ਲੱਗ ਜਾਵੇ, ਫਿਜ਼ੀਕਲ ਕਰਨਾ ਸਵੇਰੇ ਆਪ ਬੈਠ ਕੇ ਕਰੋ ਨਾ, ਫਿਰ ਤੁਸੀਂ ਦੂਸਰੇ ਦਿਨ ਕਹਿਣਾ ਮੈਂ ਤਾਂ ਦੁਕਾਨ ਨੂੰ ਤਾਲੇ ਲਗਾ ਦੇਣਾ, ਠੀਕ ਹੈਗਾ। ਹਾਲ ਤੱਕ ਤਾਂ ਸਾਨੂੰ ਇਹ ਨਹੀਂ ਪਤਾ ਕਿ 16 ਜੂਨ ਨੂੰ ਦੁਕਾਨਾਂ ਜਿਹੜੀ ਖੁੱਲਣਗੀਆਂ ਉਹ ਕਿਸ ਹਾਲਾਤ 'ਚ ਖੁੱਲਣਗੀਆਂ, ਹਾਲ ਤੱਕ ਨਹੀਂ ਕੁਝ ਪਤਾ। ਠੀਕ, ਹਾਂਜੀ ਪ੍ਰਦੀਪ ਜੀ। ਮੈਂ ਇੱਕ ਮਨੋਜ ਜੀ ਦੀ ਗੱਲ ਨਾਲ ਬਹੁਤ ਸਹਿਮਤ ਹੈ ਵੀ 60% ਸਾਡੇ ਦੁਕਾਨਦਾਰ ਜਿਹੜੇ ਹੈਗੇ ਆ ਉਹ ਲਗਭਗ ਆਪਣੇ ਛੋਟਾ ਜਿਹਾ ਗੁਜ਼ਾਰਾ ਆਪਣੇ ਥੋੜੇ ਸਟਾਕ ਦੇ ਨਾਲ ਆਪਣੇ ਸਿਸਟਮ ਨੂੰ ਚਲਾ ਰਹੇ ਹੈ। ਸਰਕਾਰ ਜਿੰਨਾ ਉਹਨੂੰ ਪਚੀਂਦਾ ਬਣਾ ਰਹੀ ਹੈ, ਉਹਨੇ ਪਚੀਂਦੇ ਦੇ ਨਾਲ ਉਹ ਜਾਂ ਤਾਂ ਇਸ ਕਾਰੋਬਾਰ ਨੂੰ ਬੰਦ ਕਰ ਦੂਗੇ ਤੇ ਜਾਂ ਇਸ ਕਾਰੋਬਾਰ ਦੇ ਸਰਕਾਰ ਦੇ ਅੰਗੇਜ ਜਾਊਗੇ। ਇਹਦੇ ਲਈ ਸਰਕਾਰ ਨੂੰ ਕੀ ਚਾਹੀਦਾ, ਹਰ ਕੈਟਾਗਰੀ ਦੇ ਹਿਸਾਬ ਦੇ ਨਾਲ ਕੋਈ ਵੀ ਕਾਨੂੰਨ ਬਣਾਉਣਾ ਉਹਨੂੰ ਉਸ ਤਰੀਕੇ ਨਾਲ ਬਣਾਉਣ, ਨਾ ਕਿ ਕੁਝ ਚੰਦ ਘਰਾਂ ਦੇ ਵਿੱਚ ਇਹ ਚੀਜ਼ ਚਲੀ ਜਾਵੇ ਔਰ ਜਿਹੜਾ ਮੀਡੀਅਮ ਮਾਈਨਸ ਤਬਕਾ ਹੈਗਾ ਉਹ ਇਸ ਲਾਈਨ ਤੋਂ ਆਊਟ ਹੋ ਜਾਵੇ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਜੇ ਸੇਮ ਜਿੱਦਾਂ ਅੱਜ ਉਹ ਕਹਿ ਰਹੇ ਇੰਪਲੀਮੈਂਟ ਕਰਨ ਤੇ ਬਹੁਤ ਸਾਰੇ ਦੁਕਾਨਦਾਰ ਦੁਕਾਨਦਾਰੀ ਛੱਡ ਜਾਣਗੇ ਜਾਂ ਬੰਦ ਕਰਨੀ ਪੈ ਜਾਏਗੀ ਮਜਬੂਰੀ 'ਚ, ਤੇ ਫਿਰ ਇੱਕ ਬੇਰੁਜ਼ਗਾਰੀ ਵਧੇਗੀ। ਬੇਰੁਜ਼ਗਾਰੀ ਤਾਂ ਇਸ ਟਾਈਮ ਦੇ ਉੱਪਰ ਵੀ ਕਿੱਡਾ ਰਿਸੈਸ਼ਨ ਹੈ, ਲਾਕਡਾਊਨ ਰਿਹਾ, ਕੁਛ ਹੋਇਆ, ਜਿਹਨਾਂ ਦੀ ਸ਼ਾਦੀਆਂ ਹੋਣੀਆਂ ਸੀ ਉੱਥੇ 20 ਬੰਦੇ ਗਏ। ਕਿ ਜਿਊਲਰੀ ਦਾ ਕੰਮ ਦੇ ਸੈਕਟਰ ਦੇ ਵਿੱਚ ਘਟਿਆ ਕਿੰਨਾ ਹੈ ਇਹਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਤੁਸੀਂ। ਇਹ ਸਾਨੂੰ ਲੋਕਾਂ ਨੂੰ ਪਤਾ ਹੈ ਕਿ ਵਿਚਾਰੇ ਜਿਹੜੇ ਸਾਡੇ 'ਚ 90% ਲੋਕ ਹੈ ਕਿ ਉਹਨਾਂ ਨੂੰ ਤਾਂ ਇੱਕ ਤਰ੍ਹਾਂ ਇਨਕਮ ਤਾਂ ਕੀ ਹੋਣੀ ਹੈ, ਉਹ ਮੇਨਟੇਨ ਵੀ ਆਪਣੇ ਆਪ ਨੂੰ ਕਰ ਸਕੇ। ਹਾਲੇ ਵੀ ਜਿਹੜੀ ਦੁਕਾਨਾਂ ਖੁੱਲ੍ਹੀਆਂ ਹੈ, ਹਾਲੇ ਵੀ ਦੁਕਾਨਾਂ ਆਪਣੇ ਨੂੰ ਸੈਟਲ ਨਹੀਂ ਕਰ ਰਹੇ, ਹਾਲੇ ਪਤਾ ਹੀ ਨਹੀਂ ਕੀ ਬਣਨਾ ਹੈ ਕਿ ਇੱਕ ਐਸੀ ਬਿਮਾਰੀ ਦੇ ਵਿੱਚ ਦੁਕਾਨੀ ਕਿੰਨੀਆਂ ਲਾਕਡਾਊਨ ਹੋਣ ਤੋਂ ਬਾਅਦ ਕਿੰਨਾ ਕੁਛ ਬੈਂਕ ਇੰਟਰਸਟ ਪੈ ਗਏ, ਸਟਾਫ ਦੇ ਖਰਚੇ ਪੈ ਗਏ, ਬਹੁਤ ਖਰਚੇ ਹੋਣ ਤੋਂ ਬਾਅਦ ਬਚਣਾ ਦਾ ਕੀ ਹੈ, ਸਟਾਕ ਮਾਈਨਸ ਜਾ ਰਹੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵੇਲੇ ਇਹੋ ਜਿਹੇ ਛੋਟੇ ਮੋਟੇ ਕਾਨੂੰਨ ਜਿਹੜੇ ਕਿ ਇੰਸਪੈਕਟਰ ਆ ਜਾਏ ਇਹਨੂੰ ਖਤਮ ਕਰਨਾ ਚਾਹੀਦਾ ਹੈ, ਉਲਟਾ ਸਿੰਪਲੀਫਾਈ ਕਰਨਾ ਚਾਹੀਦਾ ਹੈ। ਨਾ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿੱਦਾਂ ਤੁਸੀਂ ਕਹਿ ਰਹੇ ਹੋ ਤਾਂ ਕੀ ਕਰੋਗੇ? ਫਿਰ ਧਰਨਾ ਲਾਓਗੇ? ਸੰਦੀਪ ਜੀ, ਪਿਛਲੇ 2 ਸਾਲ ਤੋਂ ਕਰੋਨਾ ਦੀ ਮਹਾਮਾਰੀ ਚੱਲ ਰਹੀ ਹੈ ਜੀ,
ਪਿਛਲੇ ਸਾਲ ਵੀ 4-5 ਮਹੀਨੇ ਕਰੋਨਾ ਦੇ ਵਿੱਚ ਸਾਰੇ ਇੰਡਸਟਰੀ ਨੇ, ਸਾਰੀ ਟ੍ਰੇਡ ਨੇ ਸੰਤਾਪ ਦੇਖਿਆ। ਆ ਪਿਛਲੇ 3 ਮਹੀਨੇ ਤੋਂ ਹੁਣ ਫਿਰ ਕਰੋਨਾ ਨਾਲ ਜੂਝ ਰਿਹਾ। ਘਰ ਕੈਜੁਅਲਟੀ ਹੋਈਆਂ। ਸਰਕਾਰ ਉੱਤੋਂ ਪਚੀਂਦੇ ਕਾਨੂੰਨ ਬਣਾ ਰਹੀ ਹੈ। ਲੋਕ ਪਹਿਲਾਂ ਹੀ ਹੈਂਡ ਟੂ ਮਾਊਥ ਹੋ ਰਹੇ, ਆਪਣੀ ਪੂੰਜੀ ਕੋਲੋਂ ਖਾ ਰਹੇ ਆ। ਸਰਕਾਰ ਨੂੰ ਚਾਹੀਦਾ ਕੀ ਹੈ ਕਿ ਕੁਝ ਕਾਨੂੰਨ ਜਦ ਤੱਕ ਹਾਲਾਤ ਸਹੀ ਨਹੀਂ ਹੁੰਦੇ, ਹਾਲਾਤ ਨੂੰ ਦੇਖਦੇ ਹੋਏ ਲੋਕਾਂ ਦੇ ਥੋੜ੍ਹੀ ਜਿਹੀ ਲੈਵਲ ਤੇ ਆਵੇ ਤੇ ਉਹਨੂੰ ਠੀਕ ਕਰੇ। ਅਸੀਂ ਸਰਕਾਰ ਦੇ ਹੱਕ 'ਚ ਹੈ, ਲੇਕਿਨ ਜਿੰਨੇ ਸਿਸਟਮ ਨਾਲ ਇਹ ਫਾਸਟ ਕਰ ਰਹੇ ਆ ਉਹਨੂੰ ਥੋੜ੍ਹਾ ਜਿਹਾ ਰੋਕਿਆ ਜਾਵੇ। ਤੇ ਜੇ ਫਿਰ ਵੀ ਸਰਕਾਰਾਂ ਨਹੀਂ ਮੰਨਦੀਆਂ, ਨਹੀਂ ਟਾਲਦੀਆਂ, ਫਿਰ ਆਪਣਾ ਅਗਲਾ ਐਕਸ਼ਨ ਕੀ ਹੋਏਗਾ? ਦੇਖੋ, ਐਕਸ਼ਨ ਸਰਕਾਰ ਦੇ ਖਿਲਾਫ ਇਸ ਟਾਈਮ ਦੇ ਉੱਪਰ, ਇਸ ਟਾਈਮ ਜੋ ਪੋਜੀਸ਼ਨ ਚੱਲ ਰਹੀ ਹੈ, ਕਿਸੇ ਨੇ ਸਰਕਾਰ ਦੇ ਖਿਲਾਫ ਬੋਲਣ ਦੀ ਜ਼ਰੂਰਤ ਹੀ ਹੈ ਨਹੀਂ ਇਸ ਵੇਲੇ ਤਾਂ। ਮੈਂ ਗਲਤ ਨਹੀਂ ਕਰਦਾ, ਕਿਉਂਕਿ ਸੁਣਾਈ ਹੈ ਨਹੀਂ। ਸੁਣਾਈ ਇਸ ਕਰਕੇ ਹੈ ਨਹੀਂ ਕਿ ਸਰਕਾਰ ਦਾ ਵਨ ਸਾਈਡਡ ਰੋਲ ਹੈ। ਅਸੀਂ ਐਕਸਾਈਜ਼ 'ਚ ਵੀ ਦੇਖਿਆ, ਜੋ ਕਹਿੰਦੇ ਸੋਈ ਕਰਦੇ ਹੈ। ਠੀਕ ਹੈ, ਉਹ ਸਾਡੇ ਰਾਜਾ, ਅਸੀਂ ਪ੍ਰਜਾ, ਕਾਨੂੰਨ ਤਾਂ ਸਾਨੂੰ ਮੰਨਣਾ ਪੈਣਾ ਹੈ। ਉਹਨਾਂ ਨੇ ਸਾਡੀ ਗੱਲ ਤਾਂ ਸੁਣਾਈ, ਜੇ ਫਰਿਆਦ ਮੰਨ ਲੈਣਗੇ ਤਾਂ ਬਹੁਤ ਅੱਛੀ ਗੱਲ ਹੈਗੀ ਹੈ, ਪਰ ਮੁਸ਼ਕਲ ਆਏਗੀ ਕੱਲ ਆਉਣ ਵਾਲੇ ਟਾਈਮ ਦੇ ਵਿੱਚ। ਸਰਕਾਰਾਂ ਤਾਂ ਚੇਂਜ ਹੁੰਦੀ ਰਹਿੰਦੀਆਂ। ਸਰਕਾਰ ਨੂੰ ਵੀ ਖਮਿਆਜ਼ਾ ਇਸ ਗੱਲ ਦਾ ਆਪਣੇ ਆਪ ਹੀ ਭੁਗਤਣਾ ਪੈਣਾ ਹੈ। ਜੇ ਸਰਕਾਰ ਲੋਕਾਂ ਦਾ ਖਿਆਲ ਨਹੀਂ ਰੱਖੇਗੀ, ਜਨਤਾ ਦਾ ਖਿਆਲ ਨਹੀਂ ਰੱਖੇਗੀ, ਠੀਕ ਹੈ, ਫਿਰ ਜਨਤਾ ਦਾ ਵੀ ਜੋ ਰਿਐਕਸ਼ਨ ਹੋਏਗਾ ਉਹ ਤਾਂ ਪ੍ਰਭੂ ਨੂੰ ਪਤਾ ਹੀ ਹੈ ਇਸ ਗੱਲ ਦੇ ਵਿੱਚ। ਪਰ ਇੱਕ ਵਧੀਆ ਸਾਥ ਨਹੀਂ ਦੇ ਰਹੇ, ਕਿਉਂਕਿ ਇਹ ਆਪਾਂ ਕਹਿੰਦੇ ਆ ਕਿ ਆਪਾਂ ਸਿੰਪਲੀਫਾਈ ਕਰਨਾ ਚਾਹੁੰਦੇ ਆ, ਆਪਾਂ ਛੋਟੀ ਕਿਤਾਬ ਕਰਨਾ ਚਾਹੁੰਦੇ ਆ, ਪਰ ਇਹ ਕਿਤਾਬ ਕਿਹੜੀ ਵੱਡੀ ਕਰ ਰਹੇ ਆ। ਪਰ ਆਉਣ ਵਾਲਾ ਟਾਈਮ ਤਾਂ ਦੇਖੋ, ਗੱਲ ਇਹ ਹੈ ਕਿ ਜੇ ਸਰਕਾਰ ਨਹੀਂ ਮੰਨੂਗੀ ਤਾਂ ਲੋਕ ਮਨਾ ਦੇਣਗੇ। ਇਹ ਤਾਂ ਹੋਏਗਾ ਹੀ। ਥੈਂਕ ਯੂ ਸਰ, ਥੈਂਕ ਯੂ। ਤੇ ਦੋਸਤੋ, ਇਹ ਸੀਗੇ ਜੂਲਰ ਐਸੋਸੀਏਸ਼ਨ ਦੇ ਸਾਰੇ ਪਦਾਧਿਕਾਰੀ, ਜਿਨ੍ਹਾਂ ਨੇ ਬੜਾ ਕਲੀਅਰ ਦੱਸਿਆ ਕਿ ਸਰਕਾਰ ਨੂੰ ਟੈਕਸੇਸ਼ਨ ਨੂੰ ਸਿੰਪਲੀਫਾਈ ਕਰਨ ਦੀ ਜ਼ਰੂਰਤ ਹੈ। ਇਹ ਹਾਲਮਾਰਕ ਦੇ ਹੱਕ 'ਚ ਹੈ, ਪਰ ਜਿਹੜਾ ਹਾਲਮਾਰਕ ਹੈ ਉਹ ਸੈਂਟਰਿਕ ਹੋਣਾ ਚਾਹੀਦਾ ਹੈ। ਘੱਟ ਦੁਕਾਨਦਾਰਾਂ ਨੂੰ ਇਸ 'ਚੋਂ ਬਾਹਰ ਰੱਖਣਾ ਚਾਹੀਦਾ ਹੈ। ਮੈਨੂਫੈਕਚਰਿੰਗ ਲੈਵਲ 'ਤੇ ਹੀ ਜੇ ਹਾਲਮਾਰਕ, BSI, ਇਹ ਸਾਰੀਆਂ ਚੀਜ਼ਾਂ ਜੇ ਹੋ ਜਾਣ ਤਾਂ ਦੁਕਾਨਦਾਰ ਨੂੰ ਵੀ ਆਸਾਨੀ ਹੋਏਗੀ ਤੇ ਸਰਕਾਰ ਨੂੰ ਵੀ ਆਸਾਨੀ ਹੋਏਗੀ। ਸਰਕਾਰ ਇੱਕ ਪਾਸੇ ਡਿਜੀਟਲ ਇੰਡੀਆ ਕਹਿ ਰਹੀ ਹੈ, ਦੂਜੇ ਪਾਸੇ ਇੰਸਪੈਕਟਰੀ ਰਾਜ ਨੂੰ ਜਿੱਦਾਂ ਦੀਆਂ ਚੀਜ਼ਾਂ ਇੰਪਲੀਮੈਂਟ ਕਰ ਰਹੀ ਹੈ। ਸੋ ਦੁਕਾਨਦਾਰ ਉਹਨਾਂ ਦੇ ਇੰਸਪੈਕਟਰੀ ਰਾਜ ਦੇ ਹੱਕ 'ਚ ਨਹੀਂ ਹੈ, ਪਰ ਹਾਲਮਾਰਕ ਉਹ ਚਾਹੁੰਦੇ ਆ ਕਿ ਜੁਐਲਰੀ ਜ਼ਰੂਰ ਹੋਣੀ ਚਾਹੀਦੀ ਹੈ। ਉਹਦੇ ਨਾਲ ਕੰਜ਼ਿਊਮਰ ਦਾ ਵੀ ਫਾਇਦਾ ਹੈ, ਇਹਨਾਂ ਨੂੰ ਵੀ ਫਾਇਦਾ, ਔਰ ਜਿਹੜਾ ਜੁਐਲਰੀ ਜਿਹੜਾ ਇੱਕ ਟ੍ਰੇਡ ਹੈ ਉਹ ਹੋਰ ਭਰੋਸੇਮੰਦ ਅੱਗੇ ਨਾਲੋਂ ਵਧੀਆ ਹੋ ਜਾਏਗਾ। ਸੋ ਇਹ ਸੀ ਸਾਡੀ ਰਿਪੋਰਟ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।